ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੈਂਸ ਹੈ ਆਪਣਾ ਉਹ ਕਰਾਂਗੇ ਫਿਊਚਰ ਕੰਟੀਨਿਊਸ ਟੈਂਸ। ਔਰ ਇਸ ਤੋਂ ਪਿੱਛੇ ਆਪਾਂ ਤਿੰਨੋਂ ਹੀ ਇੰਡੈਫੀਨੇਟ ਜਿਹੜੇ ਆਪਣੇ ਟੈਂਸ ਨੇ ਉਹ ਆਪਾਂ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਤੁਸੀਂ ਤਿੰਨੋਂ ਹੀ ਇੰਡੈਫੀਨੇਟ ਟੈਂਸ ਨੇ ਜਿਹੜੇ ਉਹ ਚੰਗੀ ਤਰ੍ਹਾਂ ਦੇਖਣੇ ਨੇ, ਸੁਣਨੇ ਨੇ ਔਰ ਸਮਝਣੇ ਨੇ। ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਕਰੋ, ਉਸ ਤੋਂ ਬਾਅਦ ਪਾਸਟ ਇੰਡੈਫੀਨੇਟ, ਫਿਰ ਫਿਊਚਰ ਇੰਡੈਫੀਨੇਟ ਐਂਡ ਉਸ ਤੋਂ ਬਾਅਦ ਆਪਾਂ ਤਿੰਨੋਂ ਹੀ ਕੰਟੀਨਿਊਸ ਟੈਂਸ ਨੇ ਜਿਹੜੇ ਉਹ ਆਪਾਂ ਕਰਾਂਗੇ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਅਤੇ ਪਾਸਟ ਕੰਟੀਨਿਊਸ ਟੈਂਸ ਇਸ ਤੋਂ ਪਹਿਲਾਂ ਆਪਾਂ ਕਰਵਾ ਚੁੱਕੇ ਹਾਂ। ਔਰ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਹੁਣ ਗੱਲ ਕਰਾਂਗੇ ਫਿਊਚਰ ਕੰਟੀਨਿਊਸ ਟੈਂਸ ਦੀ। ਸੋ ਦੇਖੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਫਿਊਚਰ ਕੰਟੀਨਿਊਸ ਟੈਂਸ ਦੀ ਪਹਿਚਾਣ, ਜਿਸ ਤਰ੍ਹਾਂ ਕਿ ਆਪਾਂ ਹਰ ਇੱਕ ਟੈਂਸ ਦੀ ਸਭ ਤੋਂ ਪਹਿਲਾਂ ਪਹਿਚਾਣ ਕਰਦੇ ਹਾਂ, ਤਾਂ ਫਿਊਚਰ ਕੰਟੀਨਿਊਸ ਟੈਂਸ ਆ ਜਿਹੜਾ ਉਸ ਦੀ ਆਪਣੇ ਕੋਲ ਕੀ ਪਹਿਚਾਣ ਰਹੇਗੀ। ਜੇਕਰ ਕਿਸੇ ਵੀ ਵਾਕ ਦੇ ਅੰਤ ਤੇ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ, ਇਸ ਤਰ੍ਹਾਂ ਆਉਂਦਾ ਹੈ ਤਾਂ ਆਪਾਂ ਉੱਥੇ ਆਪਣਾ ਫਿਊਚਰ ਕੰਟੀਨਿਊਸ ਟੈਂਸ ਆ ਜਿਹੜਾ ਉਸ ਦਾ ਯੂਜ਼ ਕਰਾਂਗੇ। ਰਿਹਾ ਹੋਵੇਗਾ, ਰਹੀਆਂ ਹੋਣਗੀਆਂ ਕਿਸ ਤਰ੍ਹਾਂ, ਜਿਸ ਤਰ੍ਹਾਂ ਕਿ ਆਪਾਂ ਬੋਲੀਏ ਉਹ ਕਿਤਾਬ ਪੜ੍ਹ ਰਿਹਾ ਹੋਵੇਗਾ, ਉਹ ਸਕੂਲ ਜਾ ਰਿਹਾ ਹੋਵੇਗਾ, ਉਹ ਖਾਣਾ ਖਾ ਰਹੀ ਹੋਵੇਗੀ, ਉਹ ਖੇਡ ਰਿਹਾ ਹੋਵੇਗਾ। ਮਤਲਬ ਕਿ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਕੰਟੀਨਿਊਸ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਇਹ ਕਿਰਿਆ ਹੈ ਉਹ ਚੱਲ ਰਹੀ ਹੋਵੇਗੀ। ਜਿਸ ਤਰ੍ਹਾਂ ਕਿ ਮੰਨ ਲਓ ਆਪਾਂ ਅੱਜ ਦੀ ਗੱਲ ਕਰਦੇ ਹਾਂ, ਆਪਾਂ ਨੂੰ ਕੋਈ ਆਪਣਾ ਦੋਸਤ ਹੈ ਜਿਹੜਾ ਉਹ ਅੱਜ ਆ ਕੇ ਆਪਾਂ ਨੂੰ ਕਹਿੰਦਾ ਹੈ ਕਿ ਕੱਲ੍ਹ ਨੂੰ ਆਪਾਂ ਫਿਲਮ ਦੇਖਣ ਚੱਲਾਂਗੇ, ਬਟ ਆਪਾਂ ਨੇ ਆਲਰੇਡੀ ਆਪਣਾ ਪਲਾਨ ਹੈ ਜਿਹੜਾ ਉਹ ਬਣਾ ਰੱਖਿਆ ਹੈ ਕਿ ਕੱਲ੍ਹ ਨੂੰ ਆਪਾਂ ਗਰਾਊਂਡ ਦੇ ਵਿੱਚ ਖੇਡਾਂਗੇ। ਮੰਨ ਲਓ ਮੈਨੂੰ ਕੋਈ ਮੇਰਾ ਦੋਸਤ ਕਹਿੰਦਾ ਕਿ ਕੱਲ੍ਹ ਨੂੰ ਆਪਾਂ ਫਿਲਮ ਦੇਖਣ ਚੱਲਾਂਗੇ, ਬਟ ਮੈਂ ਆਲਰੇਡੀ ਆਪਣਾ ਜਿਹੜਾ ਪਲਾਨ ਹੈ ਉਹ ਪਹਿਲਾਂ ਤੋਂ ਹੀ ਬਣਾ ਰੱਖਿਆ ਕਿ ਕੱਲ੍ਹ ਨੂੰ ਮੈਂ ਗਰਾਊਂਡ ਦੇ ਵਿੱਚ ਖੇਡੂੰਗਾ। ਤਾਂ ਇਸ ਲਈ ਮੈਂ ਆਪਣੇ ਦੋਸਤ ਨੂੰ ਕਹੂੰਗਾ ਕੱਲ੍ਹ ਵਾਸਤੇ, ਫਿਊਚਰ ਵਾਸਤੇ, ਕਿ ਕੱਲ੍ਹ ਨੂੰ ਤਾਂ ਮੈਂ ਕ੍ਰਿਕਟ ਖੇਡ ਰਿਹਾ ਹੋਵਾਂਗਾ। ਮਤਲਬ ਕਿ ਜਿਸ ਵਕਤ ਤੂੰ ਮੈਨੂੰ ਕਹਿ ਰਿਹਾ ਹੈ ਕਿ ਆਪਾਂ ਫਿਲਮ ਦੇਖਣ ਚੱਲਾਂਗੇ, ਕੱਲ੍ਹ ਨੂੰ ਉਸ ਵਕਤ ਤਾਂ ਮੈਂ ਗਰਾਊਂਡ ਦੇ ਵਿੱਚ ਖੇਡ ਰਿਹਾ ਹੋਵਾਂਗਾ। ਮਤਲਬ ਕਿ ਉਸ ਵਕਤ ਜਿਹੜੀ ਮੇਰੀ ਕਿਰਿਆ ਖੇਡਣ ਦੀ ਉਹ ਚੱਲ ਰਹੀ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੰਟੀਨਿਊਸ ਦੀ ਗੱਲ ਕਰਨੀ, ਮਤਲਬ ਕਿ ਫਿਊਚਰ ਦੇ ਵਿੱਚ ਆਪਾਂ ਕੋਈ ਕਿਰਿਆ ਜਿਹੜੀ ਉਸ ਬਾਰੇ ਦੱਸ ਰਹੇ ਹਾਂ ਕਿ ਉਹ ਜਿਹੜੀ ਕਿਰਿਆ ਕੋਈ ਕੰਮ ਹੈ ਖੇਡਣ ਦਾ, ਲਿਖਣ ਦਾ, ਪੜ੍ਹਨ ਦਾ, ਉਹ ਆਪਣਾ ਕੰਟੀਨਿਊਸ ਚੱਲ ਰਿਹਾ ਹੋਵੇਗਾ। ਤਾਂ ਉੱਥੇ ਆਪਾਂ ਫਿਊਚਰ ਕੰਟੀਨਿਊਸ ਟੈਂਸ ਹੈ ਜਿਹੜਾ ਉਸ ਦਾ ਯੂਜ਼ ਕਰਾਂਗੇ। ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਇਹ ਤੁਸੀਂ ਯਾਦ ਰੱਖਣਾ ਹੈ। ਮੈਂ ਖੇਡ ਰਿਹਾ ਹੋਵਾਂਗਾ, ਮੈਂ ਗਾ ਰਿਹਾ ਹੋਵਾਂਗਾ, ਮੈਂ ਪੜ੍ਹ ਰਿਹਾ ਹੋਵਾਂਗਾ, ਇਸ ਤਰ੍ਹਾਂ। ਉਸ ਤੋਂ ਅੱਗੇ ਜਿਸ ਤਰ੍ਹਾਂ ਕਿ ਹਰ ਇੱਕ ਟੈਂਸ ਦੇ ਵਿੱਚ ਜਿਹੜੇ ਆਪਾਂ ਸੈਂਟੈਂਸ ਬਣਾਉਣੇ ਆ, ਆਪਾਂ 5 ਪ੍ਰਕਾਰ ਦੇ ਬਣਾਉਣੇ ਆ: ਅਫਰਮੇਟਿਵ, ਨੈਗੇਟਿਵ, ਇੰਟੈਰੋਗੇਟਿਵ, ਇੰਟੈਰੋਗੇਟਿਵ ਪਲੱਸ ਨੈਗੇਟਿਵ ਐਂਡ WH ਫੈਮਿਲੀ ਦੇ ਨਾਲ। ਸੋ ਇਹਨਾਂ ਬਾਰੇ ਡਿਟੇਲ ਦੇ ਵਿੱਚ ਜਾਣਨ ਦੀ ਜ਼ਰੂਰਤ ਨਹੀਂ, ਕਿਉਂਕਿ ਆਪਾਂ ਆਲਰੇਡੀ ਹਰ ਇੱਕ ਟੈਂਸ ਦੇ ਵਿੱਚ ਤੁਹਾਨੂੰ ਇਹਨਾਂ ਬਾਰੇ ਸਮਝਾ ਚੁੱਕੇ ਹਾਂ। ਜੇਕਰ ਤੁਸੀਂ ਪਿਛਲੇ ਜਿਹੜੇ ਆਪਣੇ ਟੈਂਸ ਨੇ ਉਹ ਚੰਗੀ ਤਰ੍ਹਾਂ ਕਰੇ ਨੇ ਤਾਂ ਤੁਹਾਨੂੰ ਸਾਰਾ ਕੁਝ ਇਹਨਾਂ ਬਾਰੇ ਪਤਾ ਹੋਵੇਗਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਫਰਮੇਟਿਵ। ਅਫਰਮੇਟਿਵ ਮਤਲਬ ਕਿ ਸਕਾਰਾਤਮਕ ਵਾਕ, ਮਤਲਬ ਕਿ ਜਿਸ ਦੇ ਵਿੱਚ ਨਹੀਂ ਜਾਂ ਫਿਰ ਨੋਟ ਦਾ ਯੂਜ਼ ਵੀ ਨਹੀਂ ਹੁੰਦਾ ਐਂਡ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਹੈ ਜਿਹੜਾ ਉਹ ਵੀ ਨਹੀਂ ਪੁੱਛ ਰਹੇ ਹੁੰਦੇ, ਸਿਰਫ ਆਪਾਂ ਕੁਝ ਦੱਸ ਰਹੇ ਹੁੰਦੇ ਹਾਂ ਕਿ ਮੈਂ ਖੇਡ ਰਿਹਾ ਹੋਵਾਂਗਾ, ਉਹ ਖੇਡ ਰਹੀ ਹੋਵੇਗੀ, ਉਹ ਪੜ੍ਹ ਰਹੀ ਹੋਵੇਗੀ, ਉਹ ਗਰਾਊਂਡ ਵਿੱਚ ਕ੍ਰਿਕਟ ਖੇਡ ਰਿਹਾ ਹੋਵੇਗਾ, ਇਸ ਤਰ੍ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਦਾ ਯੂਜ਼ ਕਰਾਂਗੇ। ਹੁਣ ਸਬਜੈਕਟ, ਵਰਬ ਅਤੇ ਓਬਜੈਕਟ ਕੀ ਹੁੰਦਾ ਹੈ ਇਹ ਤੁਹਾਨੂੰ ਤਾਂ ਹੀ ਸਮਝ ਆਏਗਾ ਜੇਕਰ ਤੁਸੀਂ ਆਪਣੀਆਂ ਵੀਡੀਓਜ਼ ਨੇ ਜਿਹੜੀਆਂ ਉਹ ਇੰਡੈਫੀਨੇਟ ਤੋਂ ਲੈ ਕੇ, ਮਤਲਬ ਕਿ ਫਸਟ ਵੀਡੀਓ ਤੋਂ ਲੈ ਕੇ ਹੁਣ ਤੱਕ ਸਾਰੀਆਂ ਲਗਾਤਾਰ ਦੇਖਦੇ ਆ ਰਹੇ ਹੋ। ਸੋ ਸਭ ਤੋਂ ਪਹਿਲਾਂ ਤੁਸੀਂ ਇੰਡੈਫੀਨੇਟ ਸਾਰੇ ਦੇਖੋ। ਪ੍ਰੈਜ਼ੈਂਟ ਇੰਡੈਫੀਨੇਟ ਦੇ ਵਿੱਚ ਸਬਜੈਕਟ, ਵਰਬ ਤੇ ਓਬਜੈਕਟ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਚੁੱਕਿਆ। ਸੋ ਅਫਰਮੇਟਿਵ ਦੇ ਵਿੱਚ ਜਦੋਂ ਤੁਸੀਂ ਫਿਊਚਰ ਕੰਟੀਨਿਊਸ ਟੈਂਸ ਬਣਾਓਗੇ, ਸਭ ਤੋਂ ਪਹਿਲਾਂ ਤੁਸੀਂ ਸਬਜੈਕਟ ਦਾ ਯੂਜ਼ ਕਰੋਗੇ, ਪਲੱਸ ਉਸ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਵਿਲ ਦਾ। ਸਿਰਫ ਵਿਲ ਦਾ ਯੂਜ਼ ਕਰਨਾ ਹੈ। ਇਸ ਤੋਂ ਪਹਿਲਾਂ ਆਪਾਂ ਵਿਲ ਜਾਂ ਸ਼ੈਲ ਦੇ ਵਿੱਚੋਂ ਮਤਲਬ ਕਿ ਇੱਕ ਦਾ ਯੂਜ਼ ਕਰਦੇ ਸੀ, ਬਟ ਮਾਡਰਨ ਇੰਗਲਿਸ਼ ਦੇ ਵਿੱਚ ਤੁਹਾਨੂੰ ਸ਼ੈਲ ਦਾ ਯੂਜ਼ ਆ ਜਿਹੜਾ ਉਹ ਕਰਨ ਦੀ ਕੋਈ ਜ਼ਰੂਰਤ ਨਹੀਂ। ਸਬਜੈਕਟ ਆਪਣਾ ਜੋ ਵੀ ਰਹੇ ਤੁਸੀਂ ਵਿਲ ਦਾ ਹੀ ਯੂਜ਼ ਕਰ ਸਕਦੇ ਹੋ। ਵਿਲ ਦੇ ਨਾਲ ਵਿਲ ਬੀ, ਪਹਿਲਾਂ ਸਬਜੈਕਟ ਦਾ ਯੂਜ਼ ਕਰੋਗੇ ਫਿਊਚਰ ਕੰਟੀਨਿਊਸ ਟੈਂਸ ਦੇ ਲਈ, ਅਫਰਮੇਟਿਵ ਦੇ ਲਈ ਪਹਿਲਾਂ ਸਬਜੈਕਟ, ਉਸ ਤੋਂ ਬਾਅਦ ਵਿਲ ਬੀ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ਆਪਾਂ ING ਦਾ ਯੂਜ਼ ਕਰਾਂਗੇ। ਜਿਸ ਤਰ੍ਹਾਂ ਕਿ ਕੰਟੀਨਿਊਸ ਟੈਂਸ ਦੇ ਵਿੱਚ ਆਪਾਂ ਹਰ ਇੱਕ ਦੇ ਵਿੱਚ ਕਰਦੇ ਹਾਂ ਵਰਬ ਦੀ ਫਸਟ ਫਾਰਮ ਦੇ ਨਾਲ ING ਔਰ ਉਸ ਤੋਂ ਬਾਅਦ ਆਪਣਾ ਆਬਜੈਕਟ। ਇਹ ਆਪਣਾ ਸਟਰਕਚਰ ਹੈ ਜਿਹੜਾ ਉਹ ਰਹੇਗਾ। ਹੁਣ ਆਪਾਂ ਦੇਖੋ ਐਗਜ਼ਾਮਪਲ ਹੈ ਜਿਹੜੀ ਉਹ ਆਪਾਂ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਆਪਣੇ ਲਵੇ ਇੱਕ ਐਗਜ਼ਾਮਪਲ ਹੈ, ਦੇਖੋ ਰਾਹੁਲ ਕ੍ਰਿਕਟ ਖੇਡ ਰਿਹਾ ਹੋਵੇਗਾ। ਇਹ ਆਪਾਂ ਰਾਹੁਲ ਦੇ ਬਾਰੇ ਗੱਲ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੀ। ਮੰਨ ਲਓ ਆਪਾਂ ਰਾਹੁਲ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਰਾਹੁਲ ਬਾਰੇ ਪੁੱਛ ਰਹੇ ਹਾਂ ਕਿਸੇ ਤੋਂ ਕਿ ਰਾਹੁਲ ਹੈ ਜਿਹੜਾ ਉਹ ਅੱਜ ਕੱਲ੍ਹ ਕੀ ਕਰਦਾ ਹੈ, ਆਪਾਂ ਰਾਹੁਲ ਨੂੰ ਮਿਲਣ ਚੱਲਦੇ ਹਾਂ।
ਤਾਂ ਆਪਾਂ ਕਹਾਂਗੇ ਕਿ ਰਾਹੁਲ ਹੈ ਜਿਹੜਾ ਜਦੋਂ ਆਪਾਂ ਜਾਵਾਂਗੇ ਕੱਲ ਨੂੰ ਰਾਹੁਲ ਦੇ ਕੋਲ, ਰਾਹੁਲ ਹੈ ਜਿਹੜਾ ਉਹ ਕ੍ਰਿਕਟ ਖੇਡ ਰਿਹਾ ਹੋਵੇਗਾ, ਹੈ ਨਾ, ਰਾਹੁਲ ਕ੍ਰਿਕਟ ਖੇਡ ਰਿਹਾ ਹੋਵੇਗਾ। ਹੁਣ ਦੇਖੋ ਇਹ ਨੈਗੇਟਿਵ ਵੀ ਨਹੀਂ ਹੈ ਔਰ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਹੈ ਜਿਹੜਾ ਉਹ ਵੀ ਨਹੀਂ ਪੁੱਛ ਰਹੇ, ਤਾਂ ਇਹ ਕੀ ਹੈ ਆਪਣਾ ਅਫਰਮੇਟਿਵ ਹੈ। ਆਪਾਂ ਇਸ ਨੂੰ ਇਸ ਸਟਰਕਚਰ ਦੇ ਮੁਤਾਬਕ ਬਣਾਵਾਂਗੇ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਵਰਬ ਪਤਾ ਕਰਨੀ ਹੈ। ਰਾਹੁਲ ਕ੍ਰਿਕਟ ਖੇਡ ਰਿਹਾ ਹੋਵੇਗਾ ਤਾਂ ਕਿਰਿਆ ਕੀ ਹੈ, ਇਹੋ ਜਿਹਾ ਕਿਹੜਾ ਮਤਲਬ ਕੰਮ ਹੈ ਜਿਸ ਨੂੰ ਕਰਨ ਵਾਸਤੇ ਆਪਣੇ ਹੱਥ ਪੈਰ ਲੱਤਾਂ ਬਾਹਾਂ ਹਿੱਲਣਗੇ। ਖੇਡਣਾ, ਇਹ ਆਪਣੀ ਹੋ ਗਈ ਵਰਬ ਖੇਡਣਾ। ਹੁਣ ਖੇਡਣ ਦਾ ਜਿਹੜਾ ਕੰਮ ਹੈ ਇਹ ਕੌਣ ਕਰ ਰਿਹਾ ਹੋਵੇਗਾ, ਰਾਹੁਲ, ਤਾਂ ਇਹ ਸਬਜੈਕਟ ਹੈ। ਹੁਣ ਕੀ ਖੇਡ ਰਿਹਾ ਹੋਵੇਗਾ, ਕੀ ਕੰਮ ਕਰ ਰਿਹਾ ਹੋਵੇਗਾ, ਕ੍ਰਿਕਟ, ਇਹ ਆਪਣਾ ਆਬਜੈਕਟ ਆ ਗਿਆ। ਰਿਹਾ ਹੋਵੇਗਾ ਇਹ ਆਪਣੀ ਫਿਊਚਰ ਦੀ ਆਈਡੈਂਟੀਟੀ ਆ ਗਈ। ਤਾਂ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਦਾ ਯੂਜ਼ ਕਰਾਂਗੇ। ਸਬਜੈਕਟ ਆਪਣੇ ਕੋਲ ਰਾਹੁਲ, ਤਾਂ ਸਭ ਤੋਂ ਪਹਿਲਾਂ ਰਾਹੁਲ, ਉਸ ਤੋਂ ਬਾਅਦ ਰਾਹੁਲ ਤੋਂ ਬਾਅਦ ਆਪਾਂ ਵਿਲ ਵੀ, ਕਿਉਂਕਿ ਫਿਊਚਰ ਕੰਟੀਨਿਊਸ ਬਣਾਉਣਾ ਹੈ। ਰਾਹੁਲ ਵਿਲ ਬੀ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਦੇ ਨਾਲ ਆਪਾਂ ਆਈਐਨਜੀ ਦਾ ਯੂਜ਼ ਕਰਾਂਗੇ। ਆਪਣੀ ਵਰਬ ਹੈ ਖੇਡਣ ਦੀ ਗੱਲ ਹੋ ਰਹੀ ਹੈ, ਮਤਲਬ ਕਿ ਪਲੇ, ਤਾਂ ਆਪਾਂ ਪਲੇਇੰਗ, ਰਾਹੁਲ ਵਿਲ ਬੀ ਪਲੇਇੰਗ। ਹੁਣ ਦੇਖੋ ਕੀ ਖੇਡ ਰਿਹਾ ਹੋਵੇਗਾ, ਹੁਣ ਆਪਣਾ ਆਏਗਾ ਆਬਜੈਕਟ। ਕੀ ਖੇਡ ਰਿਹਾ ਹੋਵੇਗਾ, ਕ੍ਰਿਕਟ, ਰਾਹੁਲ ਵਿਲ ਬੀ ਪਲੇਇੰਗ ਕ੍ਰਿਕਟ। ਜੇਕਰ ਇਸ ਤਰ੍ਹਾਂ ਹੁੰਦਾ ਕਿ ਰਾਹੁਲ ਕੱਲ ਨੂੰ, ਇਸ ਤਰ੍ਹਾਂ ਨਾਲ ਹੁੰਦਾ ਰਾਹੁਲ ਕੱਲ ਨੂੰ ਕ੍ਰਿਕਟ ਖੇਡ ਰਿਹਾ ਹੋਵੇਗਾ, ਤਾਂ ਆਪਣਾ ਆ ਜਾਣਾ ਸੀ ਰਾਹੁਲ ਵਿਲ ਬੀ ਪਲੇਇੰਗ ਕ੍ਰਿਕਟ ਟੁਮੋਰੋ, ਕਿਉਂਕਿ ਆਪਾਂ ਆਉਣ ਵਾਲੇ ਕੱਲ ਦੀ ਗੱਲ ਕਰ ਰਹੇ ਹਾਂ, ਟੁਮੋਰੋ। ਉਸ ਤੋਂ ਅੱਗੇ ਦੇਖੋ ਨੈਗੇਟਿਵ। ਨੈਗੇਟਿਵ ਦੇ ਵਿੱਚ ਕੀ ਕਰਨਾ ਹੈ, ਸਿਰਫ ਆਪਾਂ ਨੇ ਨਾਟ ਦਾ ਯੂਜ਼ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਸਬਜੈਕਟ, ਉਸ ਤੋਂ ਬਾਅਦ ਪਲੱਸ ਵਿਲ। ਹੁਣ ਇੱਕ ਚੀਜ਼ ਇੱਥੇ ਯਾਦ ਰੱਖਣੀ ਹੈ, ਜਦੋਂ ਆਪਾਂ ਨਾਟ ਦਾ ਯੂਜ਼ ਕਰਨਾ ਤਾਂ ਆਪਾਂ ਵਿਲ ਤੋਂ ਬਾਅਦ ਯੂਜ਼ ਕਰਨਾ ਹੈ। ਵਿਲ ਤੋਂ ਬਾਅਦ ਨਾਟ, ਉਸ ਤੋਂ ਬਾਅਦ ਪਲੱਸ ਬੀ, ਮਤਲਬ ਜਿਹੜਾ ਆਪਣਾ ਵਿਲ ਬੀ ਹੈ ਇਹਨਾਂ ਦੇ ਵਿਚਾਲੇ ਨਾਟ ਦਾ ਆਪਾਂ ਨੇ ਯੂਜ਼ ਕਰਨਾ ਹੈ। ਸਬਜੈਕਟ, ਉਸ ਤੋਂ ਬਾਅਦ ਵਿਲ, ਫਿਰ ਨਾਟ, ਫਿਰ ਬੀ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਦਾ ਯੂਜ਼ ਕਰਨਾ ਹੈ, ਐਂਡ ਦੈਨ ਪਲੱਸ ਆਬਜੈਕਟ, ਔਰ ਉਸ ਤੋਂ ਬਾਅਦ ਆਪਾਂ ਨੇ ਆਬਜੈਕਟ ਦਾ ਯੂਜ਼ ਕਰਨਾ ਹੈ। ਦੇਖੋ ਨੈਗੇਟਿਵ ਦੀ ਆਪਣੇ ਕੋਲ ਇੱਕ ਐਗਜ਼ਾਮਪਲ ਹੈ, ਉਹ ਨਹੀਂ ਸੋ ਰਹੀ ਹੋਵੇਗੀ। ਸੋਣਾ ਮਤਲਬ ਕਿ ਸਲੀਪ, ਸੌਣ ਦੀ ਗੱਲ ਕਰ ਰਹੇ ਹਾਂ। ਉਹ ਨਹੀਂ ਸੋ ਰਹੀ ਹੋਵੇਗੀ, ਆਪਾਂ ਫਿਊਚਰ ਦੀ ਗੱਲ ਕਰ ਰਹੇ ਹਾਂ, ਉਹ ਨਹੀਂ ਸੋ ਰਹੀ ਹੋਵੇਗੀ। ਦੇਖੋ ਇਹ ਆਪਣਾ ਨੈਗੇਟਿਵ ਹੈ, ਰਹੀ ਹੋਵੇਗੀ ਫਿਊਚਰ ਦੀ ਆਈਡੈਂਟੀਟੀ। ਉਹ ਨਹੀਂ ਸੋ ਰਹੀ ਹੋਵੇਗੀ, ਇੱਥੇ ਮੇਨ ਵਰਬ ਹੈ ਸੋਣਾ, ਸਲੀਪ, ਇਹ ਆਪਣੀ ਵਰਬ ਹੈ। ਕੌਣ ਸੋ ਰਹੀ ਹੋਵੇਗੀ, ਮਤਲਬ ਕਿ ਉਹ ਇੱਕ ਲੜਕੀ ਦੀ ਗੱਲ ਹੋ ਰਹੀ ਹੈ, ਇਹ ਹੋ ਗਿਆ ਆਪਣਾ ਸਬਜੈਕਟ। ਹੁਣ ਆਪਣਾ ਇੱਥੇ ਆਬਜੈਕਟ ਹੈ ਜਿਹੜਾ ਉਹ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਿਛਲੇ ਟੈਂਸਾਂ ਦੇ ਵਿੱਚ ਵੀ ਦੱਸਦਾ ਆ ਰਿਹਾ, ਤੁਸੀਂ ਸਿਰਫ ਇਧਰੋਂ ਲੈ ਕੇ ਬਣਾਉਂਦੇ ਜਾਣਾ, ਜਿੱਥੇ ਆਪਣਾ ਸੈਂਟੈਂਸ ਖਤਮ ਹੁੰਦਾ ਉੱਥੇ ਆਪਾਂ ਫੁੱਲ ਸਟਾਪ ਹੈ ਜਿਹੜਾ ਉਹ ਲਾ ਸਕਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਲਾਵਾਂਗੇ, ਉਹ ਨਹੀਂ ਸੋ ਰਹੀ ਹੋਵੇਗੀ, ਮਤਲਬ ਇੱਕ ਲੜਕੀ ਹੈ ਸ਼ੀ ਤੋਂ ਬਾਅਦ ਆਪਾਂ ਨਾਲ ਲਾਵਾਂਗੇ ਵਿਲ, ਸ਼ੀ ਵਿਲ, ਕਿਉਂਕਿ ਨੈਗੇਟਿਵ ਹੈ ਤਾਂ ਨਾਟ, ਸ਼ੀ ਵਿਲ ਨਾਟ, ਉਸ ਤੋਂ ਬਾਅਦ ਬੀ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ। ਤਾਂ ਵਰਬ ਕੀ ਹੈ, ਸੋਣਾ, ਮਤਲਬ ਕਿ ਸਲੀਪ, ਸਲੀਪਿੰਗ, ਸ਼ੀ ਵਿਲ ਨਾਟ ਬੀ ਸਲੀਪਿੰਗ। ਹੁਣ ਇਸ ਤੋਂ ਅੱਗੇ ਜੇਕਰ ਆਪਾਂ ਦੇਖਦੇ ਹਾਂ ਆਪਣਾ ਕੋਈ ਵੀ ਹੋਰ ਇੱਥੇ ਆਬਜੈਕਟ ਨਹੀਂ ਹੈਗਾ ਤਾਂ ਆਪਾਂ ਇੱਥੇ ਹੀ ਫੁੱਲ ਸਟਾਪ ਇਸ ਨੂੰ ਕਰ ਸਕਦੇ ਹਾਂ। ਸ਼ੀ ਵਿਲ ਨਾਟ ਬੀ ਸਲੀਪਿੰਗ, ਤਾਂ ਇਹ ਆਪਣਾ ਸੈਂਟੈਂਸ ਹੈ ਜਿਹੜਾ ਕੰਪਲੀਟ ਹੈ। ਉਸ ਤੋਂ ਅੱਗੇ ਆ ਗਿਆ ਇੰਟੈਰੋਗੇਟਿਵ, ਮਤਲਬ ਕਿ ਜਦੋਂ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਪੁੱਛਾਂਗੇ ਤਾਂ ਇਸ ਦੇ ਵਿੱਚ ਆਪਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਆਪਾਂ ਹੈਲਪਿੰਗ ਵਰਬ ਦਾ ਯੂਜ਼ ਕਰਦੇ ਹਾਂ, ਤਾਂ ਵਿਲ ਹੈ ਜਿਹੜਾ ਉਹ ਅੱਗੇ ਆ ਜਾਏਗਾ। ਸਭ ਤੋਂ ਪਹਿਲਾਂ ਆਪਾਂ ਵਿਲ ਦਾ ਯੂਜ਼ ਕਰਾਂਗੇ, ਪਲੱਸ ਉਸ ਤੋਂ ਬਾਅਦ ਐਜ਼ ਇਟ ਸਬਜੈਕਟ, ਔਰ ਜਿਹੜਾ ਬੀ ਹੈ ਉਹ ਉੱਥੇ ਹੀ ਰਹੇਗਾ। ਉਸ ਤੋਂ ਬਾਅਦ ਪਲੱਸ ਬੀ, ਉਸ ਤੋਂ ਬਾਅਦ ਜੋ ਆਪਣਾ ਬਾਕੀ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ, ਔਰ ਪਲੱਸ ਦੈਨ ਆਬਜੈਕਟ, ਔਰ ਪਿੱਛੇ ਕੁਐਸਚਨ ਮਾਰਕ ਹੈ ਜਿਹੜਾ ਉਹ ਆਪਾਂ ਲਗਾਵਾਂਗੇ। ਹੁਣ ਦੇਖੋ ਜਿਸ ਤਰ੍ਹਾਂ ਐਗਜ਼ਾਮਪਲ ਹੈ ਆਪਣੇ ਕੋਲ, ਆਪਾਂ ਕਿਸੇ ਤੋਂ ਕੁਐਸਚਨਿੰਗ ਕਰ ਰਹੇ ਹਾਂ, ਕੀ ਤੁਸੀਂ ਕੱਲ ਨੂੰ ਖੇਡ ਰਹੇ ਹੋਵੋਗੇ। ਆਉਣ ਵਾਲੇ ਕੱਲ ਦੀ ਆਪਾਂ ਗੱਲ ਕਰ ਰਹੇ ਹਾਂ ਕਿਸੇ ਤੋਂ, ਕੀ ਤੁਸੀਂ ਕੱਲ ਨੂੰ ਖੇਡ ਰਹੇ ਹੋਵੋਗੇ, ਗੱਲ ਹੋ ਰਹੀ ਹੈ ਖੇਡਣ ਦੀ, ਤਾਂ ਇਹ ਆਪਣੀ ਇੱਥੇ ਵਰਬ ਆ ਗਈ ਖੇਡਣਾ। ਉਸ ਤੋਂ ਬਾਅਦ ਖੇਡੂਗਾ ਕੌਣ, ਤੁਸੀਂ, ਇਹ ਆਪਣਾ ਹੋ ਗਿਆ ਸਬਜੈਕਟ, ਠੀਕ ਹੈ ਨਾ। ਔਰ ਕੀ ਖੇਡੂਗਾ, ਉਹ ਆਪਣਾ ਆਬਜੈਕਟ ਨਹੀਂ ਹੈਗਾ, ਤਾਂ ਕੋਈ ਪ੍ਰੋਬਲਮ ਨਹੀਂ। ਇੱਕ ਜਿਹੜਾ ਹੋਰ ਆਪਾਂ ਨੂੰ ਇੱਥੇ ਸ਼ਬਦ ਦਿਖਾਈ ਦੇ ਰਿਹਾ ਕੱਲ ਨੂੰ, ਮਤਲਬ ਕਿ ਟੁਮੋਰੋ, ਆਉਣ ਵਾਲਾ ਕੱਲ ਨੂੰ, ਤਾਂ ਇਹ ਵੀ ਆਪਾਂ ਯੂਜ਼ ਕਰਾਂਗੇ। ਔਰ ਦੂਸਰਾ ਆਪਾਂ ਦੇਖਣਾ ਹੈ ਕਿ ਇਹ ਇੰਟੈਰੋਗੇਟਿਵ ਹੈ, ਇੰਟੈਰੋਗੇਟਿਵ ਪਲੱਸ ਨੈਗੇਟਿਵ ਨਹੀਂ ਹੈਗਾ, ਸਿਰਫ ਇੰਟੈਰੋਗੇਟਿਵ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ, ਕਿਉਂਕਿ ਕੁਐਸਚਨਿੰਗ ਕੀਤੀ ਜਾ ਰਹੀ ਹੈ, ਤਾਂ ਸਭ ਤੋਂ ਪਹਿਲਾਂ ਵਿਲ ਦਾ ਯੂਜ਼ ਕਰਾਂਗੇ। ਦੇਖੋ ਵਿਲ ਆਪਾਂ ਨੇ ਸਿਰਫ ਇਸ ਸਟਰਕਚਰ ਦੇ ਮੁਤਾਬਕ ਬਣਾਉਣਾ ਹੈ। ਸਭ ਤੋਂ ਪਹਿਲਾਂ ਵਿਲ, ਉਸ ਤੋਂ ਬਾਅਦ ਸਬਜੈਕਟ। ਸਬਜੈਕਟ ਆਪਣੇ ਕੋਲ ਕੀ ਹੈ, ਦੇਖੋ ਕੀ ਤੁਸੀਂ,
ਕੱਲ ਨੂੰ ਖੇਡ ਰਹੇ ਹੋਵੋਗੇ ਤੁਸੀਂ, ਮਤਲਬ ਕਿ ਯੂ, ਵਿਲ ਯੂ ਉਸ ਤੋਂ ਬਾਅਦ ਬੀ, ਵਿਲ ਸਬਜੈਕਟ ਆ ਗਿਆ ਯੂ, ਬੀ ਫਿਰ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ, ਖੇਡਣ ਦੀ ਗੱਲ ਹੋ ਰਹੀ ਹੈ ਮਤਲਬ ਕਿ ਪਲੇਇੰਗ, ਵਿਲ ਯੂ ਬੀ ਪਲੇਇੰਗ। ਜੇਕਰ ਇੱਥੇ ਇਹ ਹੁੰਦਾ ਕਿ ਤੁਸੀਂ ਕੱਲ ਨੂੰ ਕ੍ਰਿਕਟ ਖੇਡ ਰਹੇ ਹੋਵੋਗੇ ਤਾਂ ਦੇਖੋ ਆਬਜੈਕਟ ਵੀ ਆਉਂਦਾ ਉਸ ਤੋਂ ਬਾਅਦ, ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਆਬਜੈਕਟ, ਫਿਰ ਆ ਜਾਂਦਾ ਵਿਲ ਯੂ ਬੀ ਪਲੇਇੰਗ ਕ੍ਰਿਕਟ। ਬਟ ਇੱਥੇ ਆਬਜੈਕਟ ਨਹੀਂ ਹੈਗਾ ਤਾਂ ਇੱਥੇ ਆਪਣਾ ਸੈਂਟੈਂਸ ਖਤਮ ਹੈ ਵੈਸੇ ਤਾਂ, ਬਟ ਇੱਕ ਸ਼ਬਦ ਜਿਹੜਾ ਹੋਰ ਹੈ ਕੱਲ ਨੂੰ, ਕਿਉਂਕਿ ਕੱਲ ਦੀ ਵੀ ਗੱਲ ਕਰ ਰਹੇ ਹਾਂ ਆਪਾਂ ਆਉਣ ਵਾਲੇ ਕੱਲ ਦੀ, ਤਾਂ ਉਹ ਵੀ ਆਪਾਂ ਉੱਥੇ ਯੂਜ਼ ਕਰਾਂਗੇ, ਤਾਂ ਉਹ ਹੈਗਾ ਟੁਮੋਰੋ, ਵਿਲ ਯੂ ਬੀ ਪਲੇਇੰਗ ਟੁਮੋਰੋ। ਤਾਂ ਇਹ ਆਪਣਾ ਸੈਂਟੈਂਸ ਹੈ ਜਿਹੜਾ ਉਹ ਕੰਪਲੀਟ ਹੋ ਗਿਆ, ਇਹ ਕੁਐਸਚਨ ਮਾਰਕ। ਹੁਣ ਜੇਕਰ ਨਾਲ ਆਬਜੈਕਟ ਵੀ ਹੁੰਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਜੇਕਰ ਨਾਲ ਆਬਜੈਕਟ ਵੀ ਹੁੰਦਾ ਕਿ ਕੀ ਖੇਡੋਗੇ, ਉਸ ਗੇਮ ਦਾ ਨਾਮ ਵੀ ਹੁੰਦਾ ਟੈਨਿਸ ਕ੍ਰਿਕਟ, ਤਾਂ ਪਲੇਇੰਗ ਤੋਂ ਬਾਅਦ ਆਪਣਾ ਆਬਜੈਕਟ ਆ ਜਾਂਦਾ, ਵਿਲ ਯੂ ਬੀ ਪਲੇਇੰਗ, ਉਸ ਤੋਂ ਬਾਅਦ ਟੈਨਿਸ ਕ੍ਰਿਕਟ ਚੈਸ ਕੁਝ ਵੀ, ਉਸ ਤੋਂ ਬਾਅਦ ਦੁਬਾਰਾ ਫਿਰ ਟੁਮੋਰੋ ਉਸ ਤੋਂ ਬਾਅਦ ਆਉਣਾ ਸੀਗਾ। ਬਟ ਆਬਜੈਕਟ ਨਹੀਂ ਹੈ ਤਾਂ ਕੋਈ ਪ੍ਰੋਬਲਮ ਨਹੀਂ। ਅੱਗੇ ਦੇਖੋ ਇੰਟੈਰੋਗੇਟਿਵ ਪਲੱਸ ਨੈਗੇਟਿਵ ਹੈ ਜਿਹੜਾ ਉਹ ਸੇਮ ਹੁੰਦਾ ਇੰਟੈਰੋਗੇਟਿਵ ਵਾਲਾ ਹੀ, ਸਿਰਫ ਨੋਟ ਦਾ ਯੂਜ਼ ਕਰਨਾ। ਦੇਖੋ ਐਗਜ਼ਾਮਪਲ ਵੀ ਸੇਮ, ਜਿਸ ਤਰ੍ਹਾਂ ਦੇਖੋ ਇਸ ਦੇ ਵਿੱਚ ਦੋਨਾਂ ਦੇ ਵਿੱਚ ਡਿਫਰੈਂਸ ਦੇਖੋ, ਕੀ ਤੁਸੀਂ ਕੱਲ ਨੂੰ ਖੇਡ ਰਹੇ ਹੋਵੋਗੇ, ਕੀ ਤੁਸੀਂ ਕੱਲ ਨੂੰ ਨਹੀਂ ਖੇਡ ਰਹੇ ਹੋਵੋਗੇ, ਸਿਰਫ ਨੋਟ ਆ ਜਿਹੜਾ ਉਹ ਆਊਗਾ, ਸਟਰਕਚਰ ਬਿਲਕੁਲ ਸੇਮ ਹੋਏਗਾ। ਔਰ ਜਿਹੜਾ ਨੋਟ ਦਾ ਯੂਜ਼ ਆਪਾਂ ਨੇ ਕਰਨਾ ਆਫਟਰ ਸਬਜੈਕਟ, ਹਰ ਇੱਕ ਟੈਂਸ ਦੇ ਵਿੱਚ ਇਸ ਤਰ੍ਹਾਂ, ਸਭ ਤੋਂ ਪਹਿਲਾਂ ਵਿਲ ਦਾ ਯੂਜ਼ ਕਰਨਾ ਪਲੱਸ ਸਬਜੈਕਟ, ਕਿਉਂਕਿ ਨੈਗੇਟਿਵ ਹੈ, ਉਸ ਤੋਂ ਬਾਅਦ ਨੋਟ ਦਾ ਯੂਜ਼ ਕਰਨਾ ਐਂਡ ਦੈਨ ਬੀ, ਵਿਲ ਸਬਜੈਕਟ ਨੋਟ ਬੀ, ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ, ਫਸਟ ਫਾਰਮ ਦੇ ਨਾਲ ਆਈਐਨਜੀ ਦਾ ਯੂਜ਼ ਕਰਾਂਗੇ ਐਂਡ ਪਲੱਸ ਆਬਜੈਕਟ ਕੁਐਸਚਨ ਮਾਰਕ। ਦੇਖੋ ਆਪਣੀ ਜਿਹੜੀ ਐਗਜ਼ਾਮਪਲ ਹੈ ਉਹ ਵੀ ਸੇਮ ਉਹੀ ਹੈ, ਉਸੇ ਤਰ੍ਹਾਂ ਕੀ ਤੁਸੀਂ ਕੱਲ ਨੂੰ ਖੇਡ ਰਹੇ ਹੋਵੋਗੇ, ਇੱਥੇ ਆਪਣਾ ਆ ਗਿਆ ਕੀ ਤੁਸੀਂ ਕੱਲ ਨੂੰ ਨਹੀਂ ਖੇਡ ਰਹੇ ਹੋਵੋਗੇ, ਤਾਂ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਵਿਲ ਯੂ, ਸਬਜੈਕਟ ਆਪਣਾ ਹੈਗਾ ਯੂ, ਵਿਲ ਯੂ। ਹੁਣ ਇੱਥੇ ਕਿਉਂਕਿ ਇਹ ਨੈਗੇਟਿਵ ਵੀ ਹੈ ਨਾਲ ਤਾਂ ਨੋਟ ਦਾ ਯੂਜ਼ ਕਰਾਂਗੇ, ਵਿਲ ਯੂ ਨੋਟ ਬੀ ਪਲੇਇੰਗ, ਵਿਲ ਯੂ ਨੋਟ ਬੀ ਪਲੇਇੰਗ ਟੁਮੋਰੋ, ਤਾਂ ਇਹ ਆਪਣਾ ਕੰਪਲੀਟ ਹੋ ਗਿਆ। ਐਂਡ ਉਸ ਤੋਂ ਅੱਗੇ ਲਾਸਟ ਦੇਖੋ, ਹਰ ਇੱਕ ਟੈਂਸ ਦੇ ਵਿੱਚ ਆਪਾਂ ਕਰਦੇ ਆ ਰਹੇ ਹਾਂ WH ਫੈਮਿਲੀ। WH ਫੈਮਿਲੀ ਦਾ ਆਪਾਂ ਯੂਜ਼ ਕਰਦੇ ਆ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ। ਕਦੋਂ ਕਰਦੇ ਆ ਇਹ ਮੈਂ ਤੁਹਾਨੂੰ ਹਰ ਇੱਕ ਟੈਂਸ ਦੇ ਵਿੱਚ ਦੱਸਦਾ, ਔਰ ਇਸ ਟੈਂਸ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂਗਾ। ਜਦੋਂ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਪੁੱਛ ਰਹੇ ਹਾਂ ਤਾਂ ਦੇਖੋ ਇਹ ਵੀ ਇੰਟੈਰੋਗੇਟਿਵ ਹੋ ਗਿਆ, ਇਹ ਵੀ ਇੰਟੈਰੋਗੇਟਿਵ ਪਲੱਸ ਨੈਗੇਟਿਵ ਹੋ ਗਿਆ, ਤਾਂ ਆਪਾਂ ਇਹ ਸਟਰਕਚਰ ਹੈ ਜਿਹੜਾ ਇਸ ਦੇ ਮੁਤਾਬਕ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਹੈ ਜਿਹੜਾ ਉਹ ਪੁੱਛਾਂਗੇ। ਬਟ ਆਪਾਂ ਤੀਸਰਾ ਜਿਹੜਾ ਇੱਕ ਢੰਗ ਹੈ ਪ੍ਰਸ਼ਨ ਪੁੱਛਣ ਦਾ, ਤੀਸਰਾ ਵੀ ਇੱਕ ਮਤਲਬ ਆਪਣਾ ਸਟਰਕਚਰ ਹੈ ਜਿਹੜਾ WH ਫੈਮਿਲੀ ਦੇ ਨਾਲ। ਹੁਣ ਆਪਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਜਿਹੜਾ ਆਪਾਂ ਇਹ ਕਿਸੇ ਤੋਂ ਕੁਐਸਚਨਿੰਗ ਕਰ ਰਹੇ ਹਾਂ ਜਾਂ ਕੋਈ ਆਪਣੇ ਤੋਂ ਕੁਐਸਚਨਿੰਗ ਕਰ ਰਿਹਾ ਹੈ, ਉੱਥੇ WH ਫੈਮਿਲੀ ਦਾ ਯੂਜ਼ ਇੱਥੋਂ ਇਹਨਾਂ ਤੋਂ ਪਹਿਲਾਂ ਹੋਏਗਾ ਜਾਂ ਨਹੀਂ ਹੋਗਾ, ਕਿਉਂਕਿ ਸਭ ਤੋਂ ਪਹਿਲਾਂ WH ਫੈਮਿਲੀ ਦਾ ਯੂਜ਼ ਹੋਏਗਾ, ਉਸ ਤੋਂ ਬਾਅਦ ਦੈਨ ਬਾਕੀ ਇਹ ਸਟਰਕਚਰ ਆ ਜਾਏਗਾ ਇਹਨਾਂ ਦੇ ਵਿੱਚੋਂ, ਇੰਟੈਰੋਗੇਟਿਵ ਜਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ। ਉਹ ਇੱਕ ਸਿੰਪਲ ਜਿਹਾ ਤਰੀਕਾ ਹੈ ਹਰ ਇੱਕ ਟੈਂਸ ਦੇ ਵਿੱਚ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਣਾ, ਜੇਕਰ ਆਪਾਂ ਕਿਸੇ ਦੇ ਪੁੱਛੇ ਗਏ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਉਹ ਯੈਸ ਅਤੇ ਨੋ ਦੇ ਵਿੱਚ ਦੇ ਸਕਦੇ ਹਾਂ, ਫਿਰ ਤਾਂ ਸਮਝੋ ਕੋਈ ਵੀ WH ਫੈਮਿਲੀ ਦਾ ਮੈਂਬਰ ਹੈ ਜਿਹੜਾ ਅੱਗੇ ਨਹੀਂ ਆਏਗਾ, ਸਿਰਫ ਇਹ ਇੰਟੈਰੋਗੇਟਿਵ ਜਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ। ਜੇਕਰ ਆਪਾਂ ਕਿਸੇ ਦੇ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਉਹ ਯੈਸ ਅਤੇ ਨੋ ਦੇ ਵਿੱਚ ਨਹੀਂ ਦੇ ਸਕਦੇ, ਤਾਂ ਸਮਝੋ ਕੋਈ ਨਾ ਕੋਈ WH ਫੈਮਿਲੀ ਦਾ ਮੈਂਬਰ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਅੱਗੇ ਆਏਗਾ, ਉਸ ਤੋਂ ਬਾਅਦ ਆਪਾਂ ਇੰਟੈਰੋਗੇਟਿਵ ਹੈ ਜਿਹੜਾ ਇਸ ਫਾਰਮੂਲੇ ਦੇ ਨਾਲ ਇਸ ਮੁਤਾਬਕ ਆਪਾਂ ਉਸ ਨੂੰ ਬਣਾਵਾਂਗੇ। ਜਿਸ ਤਰ੍ਹਾਂ ਕਿ ਦੇਖੋ ਇਹ ਆਪਣਾ ਇੱਕ ਕੁਐਸਚਨ ਹੈ, ਕੀ ਤੁਸੀਂ ਕੱਲ ਨੂੰ ਖੇਡ ਰਹੇ ਹੋਵੋਗੇ, ਤਾਂ ਆਪਾਂ ਯੈਸ ਔਰ ਨੋ ਕਹਿ ਸਕਦੇ ਹਾਂ। ਔਰ ਇਸ ਦੇ ਵਿੱਚ ਵੀ ਕੀ ਤੁਸੀਂ ਕੱਲ ਨੂੰ ਨਹੀਂ ਖੇਡ ਰਹੇ ਹੋਵੋਗੇ, ਤਾਂ ਆਪਾਂ ਯੈਸ ਜਾਂ ਨੋ ਦੇ ਵਿੱਚ ਆਨਸਰ ਦੇ ਸਕਦੇ ਹਾਂ। ਬਟ ਇਹ ਐਗਜ਼ਾਮਪਲ ਦੇਖੋ, ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ। ਹੁਣ ਆਪਾਂ ਕਿਸੇ ਤੋਂ ਪੁੱਛਦੇ ਹਾਂ ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ, ਤਾਂ ਆਪਾਂ ਇਹ ਨਹੀਂ ਕਹਾਂਗੇ ਯੈਸ ਜਾਂ ਫਿਰ ਨੋ, ਇਹ ਕੋਈ ਆਨਸਰ ਨਹੀਂ ਹੋਇਆ। ਆਪਾਂ ਨੂੰ ਦੱਸਣਾ ਪਊਗਾ ਕਿ ਆਪਾਂ ਕੱਲ ਨੂੰ ਕੀ ਕਰ ਰਹੇ ਹੋਵਾਂਗੇ, ਆਪਾਂ ਪੜ੍ਹ ਰਹੇ ਹੋਵਾਂਗੇ, ਖੇਡ ਰਹੇ ਹੋਵਾਂਗੇ, ਫਿਲਮ ਦੇਖ ਰਹੇ ਹੋਵਾਂਗੇ, ਮਤਲਬ ਕਿ ਆਪਾਂ ਨੂੰ ਕੰਪਲੀਟ ਜਾਣਕਾਰੀ ਹੈ ਜਿਹੜੀ ਉਹ ਦੇਣੀ ਪਏਗੀ। ਤਾਂ ਜਦੋਂ ਆਪਾਂ ਯੈਸ ਔਰ ਨੋ ਦੇ ਵਿੱਚ ਆਨਸਰ ਨਹੀਂ ਦੇ ਪਾਉਂਦੇ, ਤਾਂ ਆਪਾਂ ਨੂੰ ਉੱਥੇ ਕੋਈ ਨਾ ਕੋਈ WH ਫੈਮਿਲੀ ਦਾ ਮੈਂਬਰ ਹੈ ਜਿਹੜਾ ਸਮਝੋ ਉਹ ਫਿੱਟ ਕਰਨਾ ਪਏਗਾ ਅੱਗੇ, ਔਰ ਉਹ ਆਪਾਂ ਨੇ ਦੇਖਣਾ ਕਿਹੜਾ ਆਏਗਾ। ਤਾਂ ਜਿੰਨੇ ਵੀ ਮੈਂ ਤੁਹਾਨੂੰ WH ਫੈਮਿਲੀ ਦੇ ਮੈਂਬਰ ਜੋ ਲਿਖਵਾਏ ਸੀ, ਜਿਸ ਤਰ੍ਹਾਂ ਕਿ ਵੈਨ, ਵੇਅਰ,
ਹੂ ਹੂਮ ਵਟ ਵਿੱਚ ਉਹਨਾਂ ਦੇ ਮੀਨਿੰਗ ਵੀ ਲਿਖਾਏ ਸੀ। ਵੈਨ ਹੁੰਦਾ ਕਦੋਂ, ਵੇਅਰ ਹੁੰਦਾ ਕਿੱਥੇ, ਇਸ ਤਰ੍ਹਾਂ। ਤਾਂ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਅੱਗੇ ਯੂਜ਼ ਕਰਾਂਗੇ। ਤਾਂ ਇਸ ਦਾ ਸਟਰਕਚਰ ਸਭ ਤੋਂ ਪਹਿਲਾਂ ਕੀ ਹੋਏਗਾ, WH ਫੈਮਿਲੀ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ WH ਫੈਮਿਲੀ ਦਾ ਯੂਜ਼ ਕਰਾਂਗੇ ਆਪਾਂ। ਜੋ ਵੀ WH ਫੈਮਿਲੀ ਦਾ ਮੈਂਬਰ ਆਪਾਂ ਨੂੰ ਲੱਗਦਾ ਹੈ ਕਿ ਆਏਗਾ, ਪਲੱਸ ਉਸ ਤੋਂ ਬਾਅਦ ਸੇਮ ਉਹੀ ਸਟਰਕਚਰ ਇੰਟੈਰੋਗੇਟਿਵ ਜਾਂ ਫਿਰ ਇੰਟੈਰੋਗੇਟਿਵ ਪਲੱਸ ਨੈਗੇਟਿਵ ਵਾਲਾ। ਜੇਕਰ ਸਿਰਫ ਇੰਟੈਰੋਗੇਟਿਵ ਹੈ ਤਾਂ ਇਹ ਵਾਲਾ ਸਟਰਕਚਰ, ਜੇਕਰ ਇੰਟੈਰੋਗੇਟਿਵ ਪਲੱਸ ਨੈਗੇਟਿਵ ਹੈ ਨਾਲ ਨਹੀਂ ਦਾ ਵੀ ਯੂਜ਼ ਹੈ ਤਾਂ ਆਪਾਂ ਇਹ ਵਾਲਾ ਸਟਰਕਚਰ ਯੂਜ਼ ਕਰਾਂਗੇ। ਤਾਂ WH ਫੈਮਿਲੀ, ਉਸ ਤੋਂ ਬਾਅਦ ਵਿਲ, ਔਰ ਵਿਲ ਤੋਂ ਬਾਅਦ ਸਬਜੈਕਟ, ਸਬਜੈਕਟ ਤੋਂ ਬਾਅਦ ਪਲੱਸ, ਜੇਕਰ ਇੰਟੈਰੋਗੇਟਿਵ ਪਲੱਸ ਨੈਗੇਟਿਵ ਹੈ ਤਾਂ ਨੋਟ ਦਾ ਵੀ ਯੂਜ਼ ਹੋਏਗਾ, ਔਰ ਪਲੱਸ ਉਸ ਤੋਂ ਬਾਅਦ ਬੀ ਵਰਬ ਦੀ ਫਸਟ ਫਾਰਮ ਦੇ ਨਾਲ ING ਦਾ ਯੂਜ਼ ਕਰ ਲਵਾਂਗੇ, ਔਰ ਆਬਜੈਕਟ ਕੁਐਸਚਨ ਮਾਰਕ। ਤਾਂ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਕਿ ਆਪਣੀ ਐਗਜ਼ਾਮਪਲ ਹੈ, ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ, ਤਾਂ ਆਪਾਂ ਇਸ ਜਿਹੜੇ ਕੁਐਸਚਨ ਦਾ ਆਨਸਰ ਯੈਸ ਔਰ ਨੋ ਦੇ ਵਿੱਚ ਆਪਾਂ ਨਹੀਂ ਦੇ ਪਾ ਰਹੇ, ਤਾਂ ਆਪਾਂ ਨੇ ਦੇਖਣਾ ਹੁਣ WH ਫੈਮਿਲੀ ਦਾ ਕੋਈ ਨਾ ਕੋਈ ਮੈਂਬਰ ਹੈ ਤਾਂ ਉਹ ਕਿਹੜਾ ਹੈ। ਹੁਣ ਇਹ ਪੁੱਛ ਰਿਹਾ ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ, ਕੱਲ ਨੂੰ ਕੀ ਕਰ ਰਹੇ ਹੋਵੋਗੇ। ਜਿਹੜਾ ਆ ਮੇਨ ਇਸ ਦਾ ਪ੍ਰਸ਼ਨ ਹੈ, ਕੀ ਕਰ ਰਹੇ ਹੋਵੋਗੇ, ਇਸ ਦਾ ਆਨਸਰ ਆਪਾਂ ਨੂੰ ਦੇਣਾ ਜ਼ਰੂਰੀ ਹੋਏਗਾ। ਹੁਣ ਕੀ WH ਫੈਮਿਲੀ ਹੈ ਜਿਹੜੀ, ਉਸ ਦੇ ਵਿੱਚ ਕੀ, ਇਸ ਦਾ ਮਤਲਬ ਹੈ ਜਿਹੜਾ ਕਿਹੜਾ ਸ਼ਬਦ ਹੈ ਜੋ ਮਤਲਬ ਜਿਸ ਦਾ ਮਤਲਬ ਕੀ ਹੁੰਦਾ, ਤਾਂ ਉਹ ਹੁੰਦਾ ਵਟ। ਵਟ ਦਾ ਮਤਲਬ ਹੁੰਦਾ ਕੀ। ਤਾਂ ਸਭ ਤੋਂ ਪਹਿਲਾਂ ਜਿਹੜਾ WH ਫੈਮਿਲੀ ਦਾ ਮੈਂਬਰ ਹੈ ਅੱਗੇ ਆਏਗਾ ਵਟ। ਇਹ WH ਫੈਮਿਲੀ ਦਾ ਮੈਂਬਰ ਆ ਗਿਆ ਵਟ। ਹੁਣ ਅੱਗੇ ਆਪਾਂ ਨੇ ਸੇਮ ਇਸੇ ਫਾਰਮੂਲੇ ਮੁਤਾਬਕ ਇੰਟੈਰੋਗੇਟਿਵ ਜਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ ਦੇ ਮੁਤਾਬਕ ਬਣਾਉਣਾ। ਤਾਂ ਉਹ ਆਪਾਂ ਨੇ ਦੇਖਣਾ ਹੈ ਕਿ ਇਕੱਲਾ ਇੰਟੈਰੋਗੇਟਿਵ ਹੈ ਜਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ ਹੈ। ਦੇਖੋ ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ, ਇਕੱਲਾ ਇੰਟੈਰੋਗੇਟਿਵ ਹੈ। ਜੇਕਰ ਇਸ ਤਰ੍ਹਾਂ ਹੁੰਦਾ ਤੁਸੀਂ ਕੱਲ ਨੂੰ ਕੀ ਨਹੀਂ ਕਰ ਰਹੇ ਹੋਵੋਗੇ ਤਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ ਸੀ। ਹੁਣ ਅੱਗੇ ਆਪਾਂ ਜਦੋਂ ਬਣਾਵਾਂਗੇ WH ਫੈਮਿਲੀ, ਆਪਾਂ ਵਟ ਲਿਖ ਲਿਆ, ਅੱਗੇ ਆਪਾਂ ਸਾਰਾ ਸੇਮ ਆਹੀ ਫਾਰਮੂਲਾ ਜਿਹੜਾ ਇਹ ਯੂਜ਼ ਕਰਾਂਗੇ ਇੰਟੈਰੋਗੇਟਿਵ ਵਾਲਾ। ਹੁਣ ਵਰਬ ਕੀ ਆਪਣੇ ਕੋਲੇ, ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ, ਕਰ ਰਹੇ ਹੋਵੋਗੇ, ਕਰਨਾ ਮਤਲਬ ਕਿ ਡੂ, ਇਹ ਆਪਣੀ ਵਰਬ ਹੈ। ਤੁਸੀਂ ਇਹ ਸਬਜੈਕਟ ਹੋ ਗਿਆ, ਠੀਕ ਹੈ ਨਾ। ਅੱਗੇ ਆਬਜੈਕਟ ਕੋਈ ਨਹੀਂ ਹੈਗਾ ਤਾਂ ਕੱਲ ਨੂੰ ਸਿਰਫ ਇਹ ਸ਼ਬਦ ਹੈ, ਪਿੱਛੇ ਨਾਲ ਇਹ ਸ਼ਬਦ ਆ ਜਾਏਗਾ ਟੂਮੋਰੋ। ਤਾਂ ਸਭ ਤੋਂ ਪਹਿਲਾਂ ਦੇਖੋ ਵਟ ਆ ਗਿਆ, ਉਸ ਤੋਂ ਬਾਅਦ ਵਿਲ ਦਾ ਯੂਜ਼ ਕਰਾਂਗੇ। ਵਟ ਵਿਲ, ਵਟ ਵਿਲ ਆਪਣਾ ਕੀ ਹੈ, ਸਬਜੈਕਟ ਹੈਗਾ ਤੁਸੀਂ ਮਤਲਬ ਕਿ ਯੂ। ਵਟ ਵਿਲ, ਉਸ ਤੋਂ ਬਾਅਦ ਸਬਜੈਕਟ ਯੂ। ਵਟ ਵਿਲ ਯੂ, ਉਸ ਤੋਂ ਬਾਅਦ ਬੀ। ਵਟ ਵਿਲ ਯੂ ਬੀ, ਤਾਂ ਵਰਬ ਹੈ ਆਪਣੇ ਕੋਲੇ ਡੂ ਕਰਨਾ, ਡੂਇੰਗ। ਵਟ ਵਿਲ ਯੂ ਬੀ ਡੂਇੰਗ। ਹੁਣ ਕੋਈ ਕੰਮ ਹੈ ਜਿਹੜਾ ਆਬਜੈਕਟ, ਉਹ ਕੰਮ ਨਹੀਂ ਦਿੱਤਾ ਹੋਇਆ, ਸਿਰਫ ਕੱਲ ਨੂੰ, ਤਾਂ ਟੂਮੋਰੋ। ਵਟ ਵਿਲ ਯੂ ਬੀ ਡੂਇੰਗ ਟੂਮੋਰੋ, ਟੂਮੋਰੋ। ਤਾਂ ਇਹ ਆਪਣਾ ਆਨਸਰ ਆ ਗਿਆ। ਸੋ ਇਸ ਤਰ੍ਹਾਂ ਸਿਰਫ ਆਪਾਂ ਇੱਕ ਇੱਕ ਐਗਜ਼ਾਮਪਲ ਹੀ ਕਰ ਰਹੇ ਹਾਂ, ਬਟ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਆਪਾਂ ਟੈਂਸ ਨੇ ਜਿਹੜੇ ਆਪਣੇ ਕੰਪਲੀਟ ਕਰ ਲਏ 12 ਦੇ 12 ਜਿਹੜੇ ਆਪਣੇ ਟੈਂਸ ਨੇ, ਤਾਂ ਆਪਾਂ ਐਂਡ ਦੇ ਵਿੱਚ ਸਾਰੇ ਹੀ ਜਿਹੜੇ ਆਪਣੇ ਟੈਂਸਸ ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਕੰਪੇਅਰ ਕਰਕੇ ਆਪਾਂ ਐਗਜ਼ਾਮਪਲਾਂ ਨੇ ਜਿਹੜੀਆਂ ਉਹ ਚੰਗੀ ਤਰ੍ਹਾਂ ਕਰਾਂਗੇ, ਔਰ ਤੁਹਾਨੂੰ ਸਭ ਕੁਝ ਜਿਹੜਾ ਉਹ ਕਲੀਅਰ ਹੋਣਾ ਸ਼ੁਰੂ ਹੋ ਜਾਏਗਾ। ਸਿਰਫ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ, ਸਮਝਣਾ। ਜੇਕਰ ਸਮਝ ਨਹੀਂ ਆਉਂਦੀ ਤਾਂ ਵੀਡੀਓ ਨੂੰ ਇੱਕ ਵਾਰ ਦੁਬਾਰਾ ਦੇਖੋ, ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਸ ਵੀਡੀਓ ਦੇ ਵਿੱਚ ਇਹ ਸੀ ਆਪਣਾ ਫਿਊਚਰ ਕੰਟੀਨਿਊਸ ਟੈਂਸ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।